च जिंद हुंदी जांदी फना आया हाँ कोल तेरे बख्शी गुना तेथों बगैर ये सुना मेरी पना। प्रभु अपने लोकां दी शक्ति है, वो अपने मखसूस कीते सेवक दी पनाह है प्रभु अपने लोकां नूं बचा ਅਤੇ ਉਹਨਾਂ ਨੂੰ ਬਰਕਤ ਦੇ। ਤੂੰ ਹਮੇਸ਼ਾ ਲਈ ਉਹਨਾਂ ਦੀ ਰਹਿਨਮਾਈ ਕਰ। ਬਾਪ ਅਤੇ ਬੇਟਾ ਅਤੇ ਰੂਹ ਪਾਕ ਦੇ ਨਾਂ ਦੇ ਉੱਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਸਾਰਿਆਂ ਦੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪ੍ਰਭੂ ਯਿਸੂ ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਦੇ ਪਹਿਲੇ ਪਾਠ ਜੋ ਕਿ ਰਾਜਾਂ ਦੀ ਪੁਸਤਕ ਵਿੱਚੋਂ ਲਿਆ ਗਿਆ ਹੈ, ਸਾਨੂੰ ਪਤਾ ਲੱਗਦਾ ਹੈ ਕਿ ਖੁਦਾ ਹਮੇਸ਼ਾ ਸਾਡੀ ਪ੍ਰਾਰਥਨਾ ਸੁਣਦਾ ਹੈ। ਜਦੋਂ ਅਸੂਰ ਦੇ ਰਾਜਿਆਂ ਨੇ ਹਿਜ਼ਕੀਆ ਨੂੰ ਧਮਕੀ ਭੇਜੀ ਕਿ ਉਸ ਨੂੰ ਬਰਬਾਦ ਕਰ ਦੇਵੇਗਾ, ਤਾਂ ਹਿਜ਼ਕੀਆ ਖੁਦਾ ਦੇ ਮੰਦਰ ਵਿੱਚ ਜਾ ਕੇ ਪ੍ਰਾਰਥਨਾ ਕਰਦਾ ਹੈ ਕਿ ਹੇ ਪ੍ਰਭੂ, ਸਾਨੂੰ ਇਹਨਾਂ ਰਾਜਾਂ ਤੋਂ ਬਚਾਓ, ਤਾਂ ਕਿ ਸਾਰੇ ਲੋਕ ਜਾਣ ਸਕਣ ਕਿ ਤੁਸੀਂ ਹੀ ਇੱਕੋ ਹੀ ਪਰਮੇਸ਼ਰ ਹੋ ਜੋ ਇਸ ਧਰਤੀ ਦੇ ਖਾਲਿਕ ਅਤੇ ਮਾਲਿਕ ਹੋ। ਅਤੇ ਯਸਾਇਆ ਨਬੀ ਦੇ ਦੁਆਰਾ ਸਾਨੂੰ ਪਤਾ ਲੱਗਦਾ ਹੈ ਕਿ ਖੁਦਾ ਨੇ ਹਿਜ਼ਕੀਆ ਦੀ ਪ੍ਰਾਰਥਨਾ ਸੁਣੀ ਅਤੇ ਖੁਦਾ ਨੇ ਆਪ ਹਿਜ਼ਕੀਆ ਰਾਜੇ ਵੱਲੋਂ ਲੜਾਈ ਸ਼ੁਰੂ ਕੀਤੀ ਅਤੇ ਅਸੂਰ ਦੇ ਰਾਜਿਆਂ ਨੂੰ ਖਤਮ ਕੀਤਾ। ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਖੁਦਾ ਸਾਨੂੰ ਪਿਆਰ ਕਰਦਾ ਹੈ। ਖੁਦਾ ਸਾਨੂੰ ਹਮੇਸ਼ਾ ਹਰ ਇੱਕ ਖਤਰੇ ਤੋਂ ਬਚਾਉਣ ਦੇ ਲਈ ਤਿਆਰ ਰਹਿੰਦਾ ਹੈ। ਅਤੇ ਜਦੋਂ ਵੀ ਅਸੀਂ ਖੁਦਾ ਕੋਲੋਂ ਵਿਸ਼ਵਾਸ ਨਾਲ ਕੁਛ ਮੰਗਦੇ ਹਾਂ, ਆਪਣੀ ਪਰੇਸ਼ਾਨੀ ਉਸ ਨੂੰ ਦੱਸਦੇ ਹਾਂ, ਉਸ 'ਤੇ ਵਿਸ਼ਵਾਸ ਰੱਖ ਕੇ ਕਹਿੰਦੇ ਹਾਂ ਕਿ ਪ੍ਰਭੂ ਮੇਰਾ ਬਚਾਅ ਕਰ, ਮੇਰੇ ਨਾਲ ਰਹਿ, ਮੈਨੂੰ ਹਰ ਖਤਰੇ ਤੋਂ ਬਚਾ, ਤਾਂ ਖੁਦਾ ਸਾਡੀ ਦੁਆ ਸੁਣਦਾ ਹੈ। ਇਸ ਇਰਾਦੇ ਨਾਲ ਆਓ ਅਸੀਂ ਇਸ ਪਾਕ ਮਸਤੀ ਕੁਰਬਾਨੀ ਨੂੰ ਚੜ੍ਹਾਈਏ, ਆਪਣੇ ਪਾਪਾਂ 'ਤੇ ਮਾਫੀ ਮੰਗੀਏ, ਆਪਣੀਆਂ ਗੁਨਾਹਾਂ ਗਲਤੀਆਂ 'ਤੇ ਅਫਸੋਸ ਕਰੀਏ ਅਤੇ ਆਪਣੇ ਆਪ ਨੂੰ ਇਸ ਕੁਰਬਾਨੀ ਦੇ ਲਈ ਯੋਗ ਬਣਾਈਏ। अपने बड़े दोष दे नाल मैं इकबाल करदा। प्रभु प्यारे मैं इकबाल
ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਐ ਪ੍ਰਭੂ ਦਇਆ ਕਰ, ऐ प्रभु दया कर, ਐ ਮਸੀਹਾ ਦਇਆ ਕਰ, ऐ मसीहा दया कर, ਐ ਪ੍ਰਭੂ ਦਇਆ ਕਰ। ऐ प्रभु दया कर। ਅਸੀਂ ਪ੍ਰਾਰਥਨਾ ਕਰੀਏ। ਐ ਖੁਦਾ ਸਾਡੇ ਬਾਪ, ਆਪਣੇ ਲੋਕਾਂ ਨੂੰ ਇਹ ਬਰਕਤ ਦੇ ਕਿ ਉਹ ਹਮੇਸ਼ਾ ਤੇਰੇ ਪਾਕ ਨਾਮ ਨੂੰ ਇੱਜ਼ਤ ਦਿੰਦੇ ਹੋਏ ਅਤੇ ਪਿਆਰ ਕਰਦੇ ਹੋਏ ਜਿਉਣ, ਕਿਉਂ ਜੋ ਜਿਨ੍ਹਾਂ ਨੂੰ ਤੂੰ ਆਪਣੇ ਪਿਆਰ ਦੀ ਚਟਾਨ ਉੱਤੇ ਖੜਾ ਕੀਤਾ ਹੈ ਉਹਨਾਂ ਨੂੰ ਤੂੰ ਕਦੀ ਵੀ ਆਪਣੀ ਅਗਵਾਈ ਤੋਂ ਵਾਂਝੇ ਰਹਿਣ ਨਹੀਂ ਦਿੰਦਾ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਪਾਠ ਪਹਿਲਾ ਦੂਸਰੇ ਰਾਜਿਆਂ ਦੀ ਪੁਸਤਕ ਵਿੱਚੋਂ ਉਸ ਦਾ 19 ਬਾਬ 9 ਤੋਂ 11, 14 ਤੋਂ 21 ਅਤੇ 31 ਤੋਂ 36 ਆਇਤ ਤੱਕ। ਫਿਰ ਜਦੋਂ ਅਸ਼ੂਰੀ ਰਾਜਾ ਨੇ ਸੁਣਿਆ ਕਿ ਕੂਸ਼ ਦਾ ਰਾਜਾ ਤਿਰਹਾਕਾਇਆ ਆਪਣੀ ਸੈਨਾ ਨਾਲ ਉਸ ਦੇ ਵਿਰੁੱਧ ਲੜਨ ਆ ਰਿਹਾ ਹੈ, ਤਾਂ ਉਸ ਨੇ ਯਹੂਦਾ ਦੇ ਰਾਜਾ ਕੋਲ ਇਹ ਸੰਦੇਸ਼ ਘੱਲਿਆ, ਤੂੰ ਆਪਣੇ ਪਰਮੇਸ਼ਵਰ ਉੱਤੇ ਝੂਠਾ ਭਰੋਸਾ ਰੱਖੀ ਬੈਠਾ ਹੈ। ਤੂੰ ਪੱਕੀ ਤਰ੍ਹਾਂ ਜਾਣ ਲੈ ਕਿ ਉਹ ਤੈਨੂੰ ਮੇਰੇ ਹੱਥੋਂ ਬਚਾ ਨਹੀਂ ਸਕਦਾ ਹੈ। ਉਹ ਯਰੂਸ਼ਲਮ ਨੂੰ ਮੇਰੇ ਕਬਜ਼ੇ ਵਿੱਚ ਹੋਣ ਤੋਂ ਨਹੀਂ ਬਚਾ ਸਕੇਗਾ। ਤੂੰ ਅਸ਼ੂਰੀ ਰਾਜਿਆਂ ਬਾਰੇ ਸੁਣ ਚੁੱਕਾ ਹੈ ਕਿ ਉਹਨਾਂ ਨੇ ਜਿਸ ਕੌਮ ਨੂੰ ਵੀ ਚਾਹਿਆ ਤਬਾਹ ਕਰ ਦਿੱਤਾ, ਫਿਰ ਤੂੰ ਕੀ ਮੇਰੇ ਹੱਥੋਂ ਬਚ ਜਾਵੇਂਗਾ। ਰਾਜਾ ਹਿਜਕੀਯਾਹ ਨੇ ਸੰਦੇਸ਼ਵਾਕਾਂ ਤੋਂ ਅਸ਼ੂਰ ਦੇ ਰਾਜਾ ਦਾ ਉਹ ਪੱਤਰ ਲਿਆ ਅਤੇ ਪੜ੍ਹਿਆ। ਫਿਰ ਉਸਨੇ ਉਹ ਪੱਤਰ ਮੰਦਰ ਵਿੱਚ ਲੈ ਜਾ ਕੇ ਪ੍ਰਭੂ ਦੇ ਸਾਹਮਣੇ ਰੱਖ ਦਿੱਤਾ। ਤਦ ਉਸਨੇ ਪ੍ਰਾਰਥਨਾ ਕੀਤੀ, ਹੇ ਪ੍ਰਭੂ ਇਸਰਾਇਲ ਦੇ ਪਰਮੇਸ਼ਵਰ, ਤੂੰ ਕਰੂਬੀਆਂ ਉੱਤੇ ਵਿਰਾਜਮਾਨ ਹੈ। ਤੂੰ ਹੀ ਕੇਵਲ ਧਰਤੀ ਦੇ ਸਭ ਰਾਜਾਂ ਉੱਤੇ ਰਾਜ ਕਰਦਾ ਹੈ। ਤੂੰ ਧਰਤੀ ਅਤੇ ਆਕਾਸ਼ ਰਚੇ ਹਨ। ਪ੍ਰਭੂ ਤੂੰ ਆਪ ਧਿਆਨ ਦੇ ਅਤੇ ਸੁਣ ਕਿ ਸਨੇਹਰੀਬ ਕਿਸ ਤਰ੍ਹਾਂ ਦੇ ਕੁਵਚਨ ਜਿਉਂਦੇ ਪਰਮੇਸ਼ਵਰ ਦੇ ਵਿਰੁੱਧ ਕਹਿ ਰਿਹਾ ਹੈ। ਉਸ ਨੇ ਤੇਰਾ ਅਪਮਾਨ ਕੀਤਾ ਹੈ। ਅਸੀਂ ਜਾਣਦੇ ਹਾਂ ਕਿ ਅਸ਼ੂਰੀ ਰਾਜਿਆਂ ਨੇ ਬਹੁਤ ਸਾਰੀਆਂ ਕੌਮਾਂ ਨੂੰ ਤਬਾਹ ਕਰਕੇ ਉਹਨਾਂ ਦੀ ਧਰਤੀ ਵੀਰਾਨ ਕਰ ਦਿੱਤੀ ਹੈ। ਉਸ ਨੇ ਉਹਨਾਂ ਨੂੰ ਕੌਮਾਂ ਦੇ ਦੇਵਤਿਆਂ ਨੂੰ ਅੱਗ ਨਾਲ ਭਸਮ ਕਰ ਦਿੱਤਾ ਹੈ, ਪਰ ਉਹ ਦੇਵਤੇ ਅਸਲ ਦੇਵਤੇ ਨਹੀਂ ਸਨ, ਕੇਵਲ ਮਨੁੱਖੀ ਹੱਥਾਂ ਦੁਆਰਾ ਬਣਾਏ ਗਏ ਲੱਕੜੀ ਅਤੇ ਪੱਥਰ ਦੇ ਬੁੱਤ ਸਨ। ਸੋ ਹੇ ਪ੍ਰਭੂ ਸਾਡੇ ਪਰਮੇਸ਼ਵਰ, ਤੂੰ ਸਾਡਾ ਬਚਾਅ ਅਸ਼ੂਰੀਆਂ ਤੋਂ ਕਰ, ਤਾਂ ਜੋ ਸੰਸਾਰ ਦੀਆਂ ਸਭ ਕੌਮਾਂ ਦੇ ਲੋਕ ਜਾਣਨ ਕਿ ਤੂੰ ਕੇਵਲ ਪ੍ਰਭੂ ਪਰਮੇਸ਼ਵਰ ਹੈ। ਤਦ ਯਸਾਇਆ ਨਬੀ ਨੇ ਰਾਜਾ ਹਿਜਕੀਯਾਹ ਨੂੰ ਇਹ ਕਹਿ ਕੇ ਘੱਲਿਆ, ਪ੍ਰਭੂ ਇਸਰਾਇਲ ਦਾ ਪਰਮੇਸ਼ਵਰ ਇਸ ਤਰ੍ਹਾਂ ਕਹਿੰਦਾ ਹੈ, ਅਸੂਰੀ ਰਾਜਾ ਸਨੇਹਰੀਬ ਦੇ ਸੰਬੰਧ ਵਿੱਚ ਕੀਤੀ ਤੇਰੀ ਪ੍ਰਾਰਥਨਾ ਮੈਂ ਸੁਣ ਲਈ ਹੈ। ਪ੍ਰਭੂ ਨੇ ਸਨੇਹਰੀਬ ਦੇ ਸੰਬੰਧ ਵਿੱਚ ਇਹ ਵਚਨ ਕਿਹਾ ਹੈ, ਹੇ ਸਨੇਹਰੀਬ, ਯਰੂਸ਼ਲਮ ਸ਼ਹਿਰ ਤੇਰੇ ਉੱਤੇ ਹੱਸ ਰਿਹਾ ਹੈ, ਉਹ ਤੈਨੂੰ ਠੱਠੇ ਕਰ ਰਿਹਾ ਹੈ। ਯਰੂਸ਼ਲਮ ਵਿੱਚ ਅਤੇ ਸਿਯੋਨ ਪਹਾੜ ਉੱਤੇ ਜ਼ਰੂਰ ਕੁਝ ਲੋਕ ਬਚੇ ਰਹਿਣਗੇ ਅਤੇ ਪ੍ਰਭੂ ਨੇ ਇਹ ਕਰਨ ਦਾ ਫੈਸਲਾ ਕਰ ਚੁੱਕਾ ਹੈ। ਪ੍ਰਭੂ ਨੇ ਅਸ਼ੂਰੀ ਰਾਜਾ ਦੇ ਬਾਰੇ ਉਸ ਤਰ੍ਹਾਂ ਕਿਹਾ ਹੈ, ਉਹ ਇਸ ਸ਼ਹਿਰ ਦੇ ਅੰਦਰ ਨਹੀਂ ਆਵੇਗਾ ਅਤੇ ਨਾ ਹੀ ਇਸ ਦੇ ਵਿਰੁੱਧ ਤੀਰ ਤੱਕ ਚਲਾਵੇਗਾ। ਉਸ ਦੀ ਸੈਨਾ ਦੇ ਲੋਕ ਇਸ ਵਿੱਚ ਨਾ ਢਾਲ ਲੈ ਕੇ ਇਸ ਅੰਦਰ ਆਉਣਗੇ ਅਤੇ ਨਾ ਹੀ ਇਸ ਦੇ ਚਾਰੇ ਪਾਸੇ ਮੋਰਚਾਬੰਦੀ ਕਰਨਗੇ। ਸੋ ਮੇਰਾ ਵਚਨ ਹੈ ਕਿ ਉਹ ਇਸ ਸ਼ਹਿਰ ਦੇ ਅੰਦਰ ਨਹੀਂ ਆਵੇਗਾ, ਸਗੋਂ ਜਿਸ ਰਾਹੀਂ ਆਇਆ ਹੈ ਉਸੇ ਰਾਹੇ ਵਾਪਸ ਵੀ ਚਲਾ ਜਾਵੇਗਾ। ਮੈਂ ਇਸ ਸ਼ਹਿਰ ਦੀ ਰੱਖਿਆ ਆਪਣੇ ਲਈ ਅਤੇ ਆਪਣੇ ਦਾਸ ਦਾਊਦ ਦੇ ਕਾਰਨ ਕਰਾਂਗਾ। ਤਦ ਉਸ ਰਾਤ ਪ੍ਰਭੂ ਦਾ ਸਵਰਗਦੂਤ ਅਸ਼ੂਰੀ ਸੈਨਾ ਦੇ ਵਿੱਚ ਗਿਆ ਅਤੇ ਉਸ ਨੇ 1,85,000 ਅਸ਼ੂਰੀ ਆਦਮੀ ਮਾਰ ਦਿੱਤੇ। ਅਗਲੀ ਸਵੇਰ ਜਦੋਂ ਲੋਕਾਂ ਨੇ ਦੇਖਿਆ ਤਾਂ ਉਹ ਸਭ ਮਰ ਚੁੱਕੇ ਸਨ। ਸੋ ਇਸ ਦੇ ਪਿੱਛੋਂ ਅਸ਼ੂਰੀ ਰਾਜਾ ਸਨੇਹਰੀਬ ਨੂੰ ਮੁੜ ਗਿਆ ਅਤੇ ਜਾ ਕੇ ਨੀਨਵਾ ਵਿੱਚ ਰਹਿਣ ਲੱਗਾ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। मेरा दुख दूर
रखोगे झूठ नू प्यारा, चलोगे झूठ दे राह पर, रखोगे झूठ नू प्यारा, चलोगे झूठ दे राह पर। जदों तेनू पुकारा मैं, तू सुन सच्चाई दे रब्बा। घर घर में अंजील सुनाएंगे, प्यारे यीशु का नाम बताएंगे। घर घर में अंजील सुनाएंगे, प्यारे यीशु का नाम बताएंगे। ऐसा छेड़ेंगे मिलकर तराना, जाग उठेगा सारा जमाना। ऐसा छेड़ेंगे मिलकर तराना, जाग उठेगा सारा जमाना। भूले भटकों को राह पर लाएंगे, प्यारे यीशु का नाम बताएंगे। घर घर में अंजील सुनाएंगे, प्यारे यीशु का नाम बताएंगे। ਪ੍ਰਭੂ ਤੁਹਾਡੇ ਨਾਲ ਹੋਵੇ। ਅਤੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਚੀਲ ਦਾ ਸੰਤ ਮਤੀ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਪਵਿੱਤਰ ਵਸਤਾਂ ਕੁੱਤਿਆਂ ਨੂੰ ਨਾ ਦਿਓ, ਨਾ ਆਪਣੇ ਮੋਤੀ ਸੂਰਾਂ ਅੱਗੇ ਸੁੱਟੋ, ਕਿਤੇ ਇਹ ਨਾ ਹੋਵੇ ਕਿ ਉਹ ਉਹਨਾਂ ਨੂੰ ਪੈਰਾਂ ਥੱਲੇ ਮਿੱਧ ਦੇਣ ਅਤੇ ਮੁੜ ਤੁਹਾਡੇ ਉੱਤੇ ਹਮਲਾ ਕਰਨ। ਇਸ ਲਈ ਜੋ ਕੁਝ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਲਈ ਕਰਨ, ਤੁਸੀਂ ਵੀ ਉਸੇ ਤਰ੍ਹਾਂ ਉਹਨਾਂ ਦੇ ਲਈ ਕਰੋ, ਕਿਉਂਕਿ ਇਹੀ ਧਰਮ ਵਿਧਾਨ ਅਤੇ ਨਬੀਆਂ ਦੀਆਂ ਸਿੱਖਿਆ ਹਨ। ਤੁਸੀਂ ਤੰਗ ਦਰਵਾਜ਼ੇ ਵਿੱਚੋਂ ਦੀ ਅੰਦਰ ਵੜੋ, ਕਿਉਂਕਿ ਉਹ ਦਰਵਾਜ਼ਾ ਚੌੜਾ ਹੈ ਅਤੇ ਉਹ ਰਾਹ ਸੌਖਾ ਹੈ ਜੋ ਬਰਬਾਦੀ ਵੱਲ ਲੈ ਜਾਂਦਾ ਹੈ, ਅਤੇ ਉਸ ਦੇ ਰਾਹੀਂ ਅੰਦਰ ਵੜਨ ਵਾਲੇ ਬਹੁਤ ਹਨ। ਕਿਉਂਕਿ ਉਹ ਦਰਵਾਜ਼ਾ ਤੰਗ ਹੈ ਅਤੇ ਉਹ ਰਾਹ ਔਖਾ ਹੈ ਜੋ ਜੀਵਨ ਵੱਲ ਲੈ ਜਾਂਦਾ ਹੈ, ਅਤੇ ਉਸ ਨੂੰ ਲੱਭ ਲੈਣ ਵਾਲੇ ਥੋੜੇ ਹਨ। ਇਹ ਪ੍ਰਭੂ ਦੀ ਪਵਿੱਤਰ ਅੰਚੀਲ ਹੈ। ਤੇਰੀ ਮਹਿਮਾ ਹੋਵੇ ਐ ਮਸੀਹਾ। ਪ੍ਰਭੂ ਯਿਸੂ ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਦੀ ਅੰਚੀਲ ਦੇ ਵਿੱਚ ਸਾਨੂੰ ਇੱਕ ਗੋਲਡਨ ਰੂਲ ਕਹਿੰਦੇ ਅਸੀਂ ਬਾਈਬਲ ਵਿੱਚੋਂ ਮਿਲਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਦੂਸਰਿਆਂ ਨੂੰ ਚਾਹੁੰਦੇ ਹੋ ਕਿ ਉਹ ਤੁਹਾਡੇ ਨਾਲ ਕਰਨ, ਤੁਹਾਨੂੰ ਵੀ ਉਹਨਾਂ ਨਾਲ ਉਸੇ ਤਰ੍ਹਾਂ ਕਰਨਾ ਚਾਹੀਦਾ ਹੈ। ਜੇਕਰ ਅਸੀਂ ਸਾਰੇ ਹੀ ਇਸ ਹੁਕਮ ਦੀ ਪਾਲਣਾ ਕਰੀਏ ਤਾਂ ਮੇਰੇ ਖਿਆਲ ਦੇ ਵਿੱਚ ਸੰਸਾਰ ਵਿੱਚ ਕੋਈ ਲੜਾਈ ਝਗੜਾ, ਕੋਈ ਨਫ਼ਰਤ, ਕੋਈ ਗੁੱਸਾ ਗਿਲਾ ਨਹੀਂ ਰਹੇਗਾ। ਕਿਉਂਕਿ ਜੇਕਰ ਮੈਂ ਦੂਸਰਿਆਂ ਨੂੰ ਚਾਹੁੰਦਾ ਹਾਂ ਕਿ ਉਹ ਮੇਰੀ ਇੱਜ਼ਤ ਮਾਣ ਕਰਨ, ਤਾਂ ਇਹਦਾ ਮਤਲਬ ਮੈਨੂੰ ਪਹਿਲੇ ਉਸ ਨੂੰ ਉਹੀ ਰਿਸਪੈਕਟ ਦੇਣੀ ਚਾਹੀਦੀ ਹੈ, ਉਸ ਦਾ ਇੱਜ਼ਤ ਮਾਣ ਕਰਨਾ ਚਾਹੀਦਾ ਹੈ। ਅਤੇ ਜਦੋਂ ਅਸੀਂ ਇੱਕ ਦੂਜੇ ਦੀ ਇਸ ਤਰ੍ਹਾਂ ਰਿਸਪੈਕਟ ਕਰਾਂਗੇ, ਜਦੋਂ ਅਸੀਂ ਇੱਕ ਦੂਜੇ ਨਾਲ ਇਸ ਤਰ੍ਹਾਂ ਨਿਆਂ ਕਰਾਂਗੇ, ਕਿਸੇ ਦਾ ਹੱਕ ਨਹੀਂ ਮਾਰਾਂਗੇ, ਦੂਸਰੇ ਦਾ ਹੱਕ ਉਸ ਨੂੰ ਦੇਵਾਂਗੇ, ਤਾਂ ਮੇਰੇ ਖਿਆਲ ਦੇ ਵਿੱਚ ਕੋਈ ਵੀ ਇੱਕ ਦੂਸਰੇ ਦਾ ਦੁਸ਼ਮਣ ਨਹੀਂ ਬਣ ਸਕਦਾ। ਵੈਰ ਵਿਰੋਧ ਕਦੋਂ ਸ਼ੁਰੂ ਹੁੰਦਾ ਹੈ? ਜਦੋਂ ਅਸੀਂ ਇੱਕ ਦੂਸਰੇ ਦਾ ਹੱਕ ਮਾਰਦੇ ਹਾਂ, ਜਦੋਂ ਅਸੀਂ ਬਿਨਾਂ ਵਜ੍ਹਾ ਦੂਸਰਿਆਂ ਨੂੰ ਪਰੇਸ਼ਾਨ ਕਰਦੇ ਹਾਂ, ਜਦੋਂ ਅਸੀਂ ਦੂਸਰਿਆਂ ਨੂੰ ਨੀਵਾਂ ਦਿਖਾਉਂਦੇ ਹਾਂ ਅਤੇ ਆਪਣੇ ਆਪ ਨੂੰ ਉੱਚਾ ਦਿਖਾਉਂਦੇ ਹਾਂ, ਉੱਥੇ ਨਫ਼ਰਤ ਪੈਦਾ ਹੁੰਦੀ ਹੈ, ਉੱਥੇ ਗੁੱਸਾ ਪੈਦਾ ਹੁੰਦਾ ਹੈ, ਉੱਥੇ ਵੈਰ ਵਿਰੋਧ ਪੈਦਾ ਹੁੰਦਾ ਹੈ। ਅੱਜ ਬਾਈਬਲ ਸਾਨੂੰ ਪ੍ਰਭੂ ਯਿਸੂ ਮਸੀਹ ਸੰਤ ਮਤੀ ਦੀ ਅੰਜੀਲ ਵਿੱਚ ਇਹੀ ਦੱਸਦੇ ਹਨ, ਜੇ ਤੁਸੀਂ ਚਾਹੁੰਦੇ ਹੋ ਕਿ ਲੋਕੀ ਤੁਹਾਡਾ ਆਦਰ ਮਾਣ ਕਰਨ, ਤੁਹਾਡੇ ਹੱਕ ਤੁਹਾਨੂੰ ਦੇਣ, ਤੁਹਾਨੂੰ ਪਰੇਸ਼ਾਨ ਨਾ ਕਰਨ, ਤਾਂ ਤੁਸੀਂ ਉਹਨਾਂ ਦੇ ਨਾਲ ਉਸੇ ਤਰ੍ਹਾਂ ਕਰੋ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ। ਦੂਜੀ ਗੱਲ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਦੱਸੀ ਹੈ ਕਿ ਤੰਗ ਦਰਵਾਜ਼ੇ ਰਾਹੀਂ ਜੀਵਨ ਪ੍ਰਾਪਤ ਕਰੀਏ। ਤੰਗ ਦਰਵਾਜ਼ਾ ਕਿਹੜਾ ਹੈ?
ਅਤੇ ਚੌੜਾ ਦਰਵਾਜ਼ਾ ਕਿਹੜਾ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਤੰਗ ਦਰਵਾਜ਼ਾ ਜ਼ਿੰਦਗੀ ਵੱਲ ਲੈ ਕੇ ਜਾਂਦਾ ਹੈ ਅਤੇ ਚੌੜਾ ਦਰਵਾਜ਼ਾ, ਖੁੱਲ੍ਹਾ ਦਰਵਾਜ਼ਾ ਤਬਾਹੀ ਵੱਲ। ਤੰਗ ਦਰਵਾਜ਼ਾ ਕੀ ਹੈ? ਜੋ ਸਾਨੂੰ ਜ਼ਿੰਦਗੀ ਵੱਲ ਲੈ ਕੇ ਜਾਂਦਾ ਹੈ। ਤੰਗ ਦਰਵਾਜ਼ਾ ਪ੍ਰਭੂ ਯਿਸੂ ਮਸੀਹ ਦੇ ਹੁਕਮਾਂ ਦੀ ਪਾਲਣਾ ਕਰਨਾ, ਖੁਦਾ ਬਾਪ ਦੇ ਹੁਕਮਾਂ ਦੀ ਪਾਲਣਾ ਕਰਨਾ, ਅੰਜੀਲ ਦੇ ਅਨੁਸਾਰ ਚੱਲਣਾ ਹੀ ਤੰਗ ਦਰਵਾਜ਼ੇ ਰਾਹੀਂ ਜੀਵਨ ਪ੍ਰਾਪਤ ਕਰਨਾ ਹੈ। ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਤੁਸੀਂ ਆਪਣੇ ਵੈਰੀਆਂ ਨੂੰ ਪਿਆਰ ਕਰੋ, ਆਪਣੇ ਵੈਰੀਆਂ ਲਈ ਪ੍ਰਾਰਥਨਾ ਕਰੋ। ਬਹੁਤ ਔਖਾ ਹੈ। ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੋ। ਸਲੀਬ ਇਹ ਨਹੀਂ ਹੈ ਕਿ ਕੋਈ ਲੱਕੜ ਦੀ ਚੀਜ਼ ਅਸੀਂ ਬਣਾ ਲਈ ਤਾਂ ਸਲੀਬ ਚੁੱਕ ਲਈ। ਜੋ ਸਾਡੀਆਂ ਮਸੀਹ ਹੋਣ ਦੀਆਂ ਜ਼ਿੰਮੇਵਾਰੀਆਂ ਹਨ, ਅਸੀਂ ਉਹਨਾਂ ਨੂੰ ਆਪਣੇ ਜੀਵਨ ਵਿੱਚ ਪੂਰਾ ਕਰੀਏ। ਮਾਫੀ ਦੇਣਾ, ਦੂਸਰਿਆਂ ਨੂੰ ਮਾਫ ਕਰਨਾ, ਜੇ ਉਹ ਸਾਡੇ 'ਤੇ ਅਤਿਆਚਾਰ ਕਰਦੇ ਤਾਂ ਵੀ ਮਾਫ ਕਰਨਾ, ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰਨਾ, ਆਪਣੀ ਸਲੀਬ ਨੂੰ ਚੁੱਕਣਾ। ਇਹ ਸਾਰੀਆਂ ਗੱਲਾਂ ਸਾਨੂੰ ਤੰਗ ਦਰਵਾਜ਼ੇ ਵੱਲ ਇਸ਼ਾਰਾ ਕਰਦੀਆਂ ਹਨ। ਅਤੇ ਜੋ ਲੋਕ ਇਸ ਤੰਗ ਦਰਵਾਜ਼ੇ ਰਾਹੀਂ ਜਾਣ ਦੀ ਕੋਸ਼ਿਸ਼ ਕਰਦੇ ਹਨ, ਕਹਿਣ ਤੋਂ ਭਾਵ ਕਿ ਆਪਣੇ ਆਪ ਨੂੰ ਰੂਹਾਨੀਅਤ ਵਿੱਚ ਵਧਾਉਣ ਦੇ ਲਈ ਆਪਣੀਆਂ ਇੱਛਾਵਾਂ 'ਤੇ ਕਾਬੂ ਪਾਉਂਦੇ ਹਨ, ਆਪਣੀਆਂ ਦੁਨਿਆਵੀ ਇੱਛਾਵਾਂ ਨੂੰ ਛੱਡ ਦਿੰਦੇ ਹਨ ਅਤੇ ਖੁਦਾ ਦੀ ਖਾਤਰ, ਖੁਦਾ ਦੇ ਰਾਜ ਨੂੰ ਹਾਸਲ ਕਰਨ ਦੀ ਖਾਤਰ ਆਪਣੇ ਆਪ ਦਾ ਤਿਆਗ ਕਰਦੇ ਹਨ। ਇਹ ਸਾਰੇ ਤੰਗ ਦਰਵਾਜ਼ੇ ਦੇ ਇਸ਼ਾਰੇ ਹਨ। ਪਰ ਖੁੱਲ੍ਹਾ ਦਰਵਾਜ਼ਾ ਫਿਰ ਕਿਹੜਾ ਹੋਇਆ? ਖੁੱਲ੍ਹਾ ਦਰਵਾਜ਼ਾ ਉਹ ਹੈ ਕਿ ਜਦੋਂ ਅਸੀਂ ਖੁਦਾ ਦੇ ਹੁਕਮਾਂ ਨੂੰ ਨਹੀਂ ਮੰਨਦੇ, ਆਪਣੀ ਮਰਜ਼ੀ ਦੇ ਅਨੁਸਾਰ ਜੀਵਨ ਬਸਰ ਕਰਨਾ ਚਾਹੁੰਦੇ ਹਾਂ, ਚਾਹੇ ਕਿਸੇ ਨੂੰ ਕੋਈ ਬੁਰਾ ਲੱਗੇ, ਚਾਹੇ ਕਿਸੇ ਨੂੰ ਚੰਗਾ ਲੱਗੇ, ਚਾਹੇ ਕਿਸੇ ਦਾ ਨੁਕਸਾਨ ਹੋਵੇ, ਚਾਹੇ ਕਿਸੇ ਦੀ ਮੌਤ ਹੋਵੇ, ਚਾਹੇ ਕਿਸੇ ਦੀ ਲੁੱਟ ਖਸੁੱਟ ਹੋਵੇ, ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਮੇਰੀ ਜ਼ਿੰਦਗੀ ਦੀ ਐਸ਼ੋ ਆਰਾਮ ਮੈਨੂੰ ਮਿਲਣਾ ਚਾਹੀਦਾ ਅਤੇ ਮੈਂ ਜ਼ਿੰਦਗੀ ਦਾ ਹਰ ਐਸ਼ੋ ਆਰਾਮ ਪਾਉਣਾ ਚਾਹੁੰਦਾ ਹਾਂ। ਇਹ ਹੈ ਚੌੜੇ ਜਿਹੇ ਦਰਵਾਜ਼ੇ ਥਾਣੀ ਲੰਘਣ ਦੀ ਗੱਲ, ਕਿ ਅਸੀਂ ਖੁਦਾ ਦੇ ਹੁਕਮਾਂ ਨੂੰ ਬਿਲਕੁਲ ਛੱਡ ਕੇ ਸਿਰਫ ਦੁਨਿਆਵੀ ਤੌਰ 'ਤੇ ਹੀ ਆਪਣੀ ਖੁਸ਼ੀ ਨੂੰ ਪੂਰਾ ਕਰਨਾ ਚਾਹੁੰਦੇ ਹਾਂ। ਇਸ ਲਈ ਪ੍ਰਭੂ ਯਿਸੂ ਮਸੀਹ ਅੱਜ ਦੀ ਇੰਜੀਲ ਵਿੱਚ ਸਾਨੂੰ ਸਿਖਾਉਂਦੇ ਹਨ, ਜੇ ਤੁਸੀਂ ਅਨੰਤ ਜੀਵਨ ਹਾਸਲ ਕਰਨਾ ਹੈ, ਰੂਹਾਨੀਅਤ ਵਿੱਚ ਵਧੋ। ਰੂਹਾਨੀਅਤ ਵਿੱਚ ਵਧਣ ਦਾ ਇਹੀ ਮਤਲਬ ਹੈ ਖੁਦਾ ਦੇ ਹੁਕਮਾਂ ਦੀ ਪਾਲਣਾ ਕਰੋ। ਪਿਆਰੇ ਭਰਾਓ ਤੇ ਭੈਣੋ, ਆਪਣੀਆਂ ਮਸੀਹੀ ਜ਼ਿੰਮੇਵਾਰੀਆਂ ਨੂੰ ਇੱਕ ਇਨਸਾਨ ਹੋਣ ਦੇ ਨਾਤੇ ਇਨਸਾਨੀ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਇਸ ਸੰਸਾਰ ਨੂੰ ਪਿਆਰ, ਸ਼ਾਂਤੀ ਵਾਲੀ ਥਾਂ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਈਏ। प्राउत भैनों प्रार्थना करो कि पूरी कुदरत वाला खुदा साडा बाप तुहाड़ी ते मेरी इस कुर्बानी नूं कुर्बान करें।
ਰੱਬ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੇ ਉੱਤੇ ਵਡਿਆਈ ਲਈ ਨਾਲੇ ਸਾਡੇ ਸਾਰੇ ਪੂਰੀ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਪ੍ਰਭੂ ਸਾਡੇ ਇਸ ਚੜਾਵੇ ਨੂੰ ਕਬੂਲ ਕਰ, ਬਖਸ਼ ਦੇ ਕਿ ਗੁਨਾਹਾਂ ਦਾ ਕਫਾਰਾ ਭਰਨ ਵਾਲੀ ਅਤੇ ਤੇਰੀ ਵਡਿਆਈ ਕਰਨ ਵਾਲੀ ਇਹ ਕੁਰਬਾਨੀ ਸਾਨੂੰ ਸ਼ੁੱਧ ਅਤੇ ਨਵਾਂ ਕਰੇ, ਤਾਂ ਜੋ ਸਾਡਾ ਸਾਰਾ ਜੀਵਨ ਤੇਰੀ ਪਾਕ ਮਰਜ਼ੀ ਲਈ ਪ੍ਰਵਾਨਯੋਗ ਹੋਵੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਤੈਨੂੰ ਸਾਡੀ ਉਸਤਤ ਦੀ ਲੋੜ ਨਹੀਂ ਹੈ, ਫਿਰ ਵੀ ਤੇਰੀ ਸ਼ੁਕਰਗੁਜ਼ਾਰੀ ਕਰਨ ਦੀ ਇੱਛਾ ਸਾਡੇ ਲਈ ਤੇਰਾ ਵਰਦਾਨ ਹੈ। ਸਾਡੀ ਧੰਨਵਾਦ ਦੀ ਪ੍ਰਾਰਥਨਾ ਦੀ ਤੇਰੀ ਸ਼ਾਨ ਵਿੱਚ ਵਾਧਾ ਨਹੀਂ ਕਰਦੀ, ਸਗੋਂ ਇਹ ਸਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਤੇਰੇ ਫਜ਼ਲ ਵਿੱਚ ਵਧਣ ਦੇ ਲਈ ਮਦਦ ਦਿੰਦੀ ਹੈ। ਇਸ ਲਈ ਅਸੀਂ ਆਪਣੀ ਖੁਸ਼ੀ ਵਿੱਚ ਫਰਿਸ਼ਤਿਆਂ ਤੇ ਸੰਗੀਤੀ ਜਥਿਆਂ ਦੇ ਨਾਲ ਮਿਲ ਕੇ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਦੇ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਾਨਾ, ਮੁਬਾਰਕ ਹੋ ਜੋ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਾਨਾ। ਹੈ ਪ੍ਰਭੂ, ਤੂੰ ਸੱਚਮੁੱਚ ਪਵਿੱਤਰ ਹੈ ਅਤੇ ਸਹੀ ਹੈ ਕਿ ਤੇਰੀ ਸਾਰੀ ਸ੍ਰਿਸ਼ਟੀ ਤੇਰੀ ਵਡਿਆਈ ਕਰੇ। ਤੇਰੇ ਬੇਟੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਅਤੇ ਰੂਹ ਪਾਕ ਦੀ ਕੁਦਰਤ ਨਾਲ ਤੂੰ ਸਾਰੇ ਸੰਸਾਰ ਨੂੰ ਜੀਵਨ ਬਖਸ਼ਦਾ ਅਤੇ ਪਾਕ ਕਰਦਾ ਹੈ। ਤੂੰ ਲਗਾਤਾਰ ਆਪਣੇ ਲਈ ਫਰਜ਼ਾਂ ਇਕੱਠੀ ਕਰਦਾ ਰਹਿੰਦਾ ਹੈ, ਤਾਂ ਜੋ ਚੜ੍ਹਦੇ ਸੂਰਜ ਤੋਂ ਲੈ ਕੇ ਲਹਿੰਦੇ ਤੱਕ ਇੱਕ ਸ਼ੁੱਧ ਕੁਰਬਾਨੀ ਤੇਰੇ ਪਵਿੱਤਰ ਨਾਮ ਦੇ ਲਈ ਚੜਾਈ ਜਾਵੇ। ਇਸ ਲਈ ਐ ਪ੍ਰਭੂ, ਅਸੀਂ ਹਲੀਮੀ ਨਾਲ ਤੇਰੇ ਅੱਗੇ ਮਿੰਨਤ ਕਰਦੇ ਹਾਂ, ਆਪਣੀ ਮਿਹਰ ਨਾਲ ਉਹੀ ਰੂਹ ਪਾਕ ਦੇ ਰਾਹੀਂ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ ਜੋ ਅਸੀਂ ਤੇਰੀ ਪਾਕ ਹਜ਼ੂਰੀ ਵਿੱਚ ਲੈ ਕੇ ਆਏ ਹਾਂ, ਤਾਂ ਜੋ ਤੇਰੇ ਬੇਟੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ, ਜਿਸ ਦੇ ਹੁਕਮ ਨਾਲ ਅਸੀਂ ਇਹਨਾਂ ਭੇਦਾਂ ਨੂੰ ਮਨਾਉਂਦੇ ਹਾਂ। ਜਿਸ ਰਾਤ ਉਸ ਦਾ ਵਿਸ਼ਵਾਸਘਾਤ ਕੀਤਾ ਗਿਆ, ਉਸਨੇ ਰੋਟੀ ਲਈ ਅਤੇ ਤੇਰਾ ਧੰਨਵਾਦ ਕਰਦਿਆਂ ਬਰਕਤ ਦਿੱਤੀ, ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਦੇ ਬਾਅਦ ਉਸਨੇ ਪਿਆਲਾ ਲਿਆ, ਤੇਰਾ ਧੰਨਵਾਦ ਕਰਦਿਆਂ ਬਰਕਤ ਦਿੱਤੀ, ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਤਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਮਸੀਹਾ ਮਰ ਗਿਆ ਹੈ, ਮਸੀਹਾ ਜੀ ਉੱਠਿਆ ਹੈ, ਮਸੀਹਾ ਮਹਿਮਾ ਦੇ ਨਾਲ ਫੇਰ ਆਵੇਗਾ। ਇਸ ਲਈ ਐ ਪ੍ਰਭੂ, ਅਸੀਂ ਤੇਰੇ ਬੇਟੇ ਦੇ ਮੁਕਤੀਕਾਰੀ ਦੁੱਖ ਭੋਗ ਉਸ ਤੇ ਜਲਾਲੀ ਜੀ ਉੱਠਣ ਅਤੇ ਸਵਰਗ ਵਿੱਚ ਚੜ੍ਹ ਜਾਣ ਦੀ ਯਾਦਗਾਰੀ ਮਨਾਉਂਦੇ ਹਾਂ ਅਤੇ ਉਸ ਤੇ ਦੂਜੀ ਵਾਰੀ ਆਉਣ ਨੂੰ ਉਡੀਕਦੇ ਹੋਏ ਤੇਰਾ ਧੰਨਵਾਦ ਕਰਦੇ ਹਾਂ, ਜਿਉਂਦੀ ਅਤੇ ਪਵਿੱਤਰ ਕੁਰਬਾਨੀ ਤੈਨੂੰ ਚੜਾਉਂਦੇ ਹਾਂ। ਅਸੀਂ ਬੇਨਤੀ ਕਰਦੇ ਹਾਂ ਕਿ ਤੂੰ ਆਪਣੀ ਕਲੀਸਿਆ ਦੇ ਚੜਾਵੇ ਤੇ ਨਜ਼ਰ ਕਰ ਅਤੇ ਇਸ ਕੁਰਬਾਨ ਹੋਏ ਲੇਲੇ ਨੂੰ ਪਛਾਣ, ਜਿਸ ਦੀ ਕੁਰਬਾਨੀ ਤੋਂ ਰਾਜੀ ਹੋ ਕੇ ਤੂੰ ਸਾਡਾ ਆਪਣੇ ਨਾਲ ਮੇਲ ਕਰਾਇਆ ਹੈ। ਬਖਸ਼ ਦੇ ਕਿ ਅਸੀਂ ਤੇਰੇ ਬੇਟੇ ਦੇ ਬਦਨ ਅਤੇ ਲਹੂ ਨਾਲ ਰਚਾਏ ਹੋਏ ਅਤੇ ਉਸ ਦੇ ਰੂਹ ਪਾਕ ਨਾਲ ਭਰਪੂਰ ਹੋ ਕੇ ਮਸੀਹ ਦੇ ਵਿੱਚ ਇੱਕ ਸਰੀਰ ਅਤੇ ਇੱਕ ਰੂਹ ਬਣ ਜਾਈਏ। ਉਹ ਸਾਨੂੰ ਤੇਰੇ ਲਈ ਇੱਕ ਸਦੀਵੀ ਨਜ਼ਰਾਨਾ ਬਣਾਵੇ, ਤਾਂ ਜੋ ਅਸੀਂ ਤੇਰੇ ਚੁਣਿਆ ਹੋਇਆਂ ਦੇ ਨਾਲ, ਖਾਸ ਕਰਕੇ ਧੰਨਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸ ਕੁਆਰੀ ਦੇ ਮੁਬਾਰਕ ਵਰਸੰਤੀ ਯੂਸਫ ਦੇ ਨਾਲ, ਤੇਰੇ ਧੰਨ ਰਸੂਲਾਂ ਦੇ ਨਾਲ, ਤੇਜਸਵੀ ਸ਼ਹੀਦਾਂ ਦੇ ਨਾਲ ਅਤੇ ਤੇਰੇ ਸਾਰੇ ਸੰਤਾਂ ਦੇ ਨਾਲ ਉਹਨਾਂ ਦੇ ਵਿਰਸੇ ਦੇ ਵਾਰਸ ਬਣ ਜਾਈਏ।
ਇਹਨਾਂ ਵੱਲੋਂ ਤੇਰੀ ਹਜ਼ੂਰੀ ਵਿੱਚ ਲਗਾਤਾਰ ਕੀਤੀ ਜਾਣ ਵਾਲੀ ਸਿਫਾਰਿਸ਼ ਦੀ ਯਕੀਨੀ ਮਦਦ ਉੱਤੇ ਅਸੀਂ ਭਰੋਸਾ ਰੱਖਦੇ ਹਾਂ। ਇਹ ਪ੍ਰਭੂ, ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਾਡੇ ਮੁੜ ਮਿਲਾਪ ਦੀ ਇਹ ਕੁਰਬਾਨੀ ਸਭ ਦੁਨੀਆ ਦੀ ਸ਼ਾਂਤੀ ਤੇ ਮੁਕਤੀ ਦੇ ਲਈ ਅਸਰਦਾਇਕ ਹੋਵੇ। ਤੂੰ ਕਿਰਪਾ ਕਰਕੇ ਇਸ ਧਰਤੀ ਉੱਤੇ ਫੈਲੀ ਹੋਈ ਆਪਣੀ ਯਾਤਰੀ ਕਲੀਸਿਆ ਨੂੰ, ਆਪਣੇ ਸੇਵਕ ਸੰਤ ਪਾਪਾ ਫਰਾਂਸਿਸ ਨੂੰ, ਸਾਡੇ ਬਿਸ਼ਪਾਂ ਅਗਨੈਲੋ ਅਤੇ ਫਰੈਂਕੋ ਨੂੰ, ਕੁੱਲ ਦੁਨੀਆ ਦੇ ਬਿਸ਼ਪਾਂ, ਪੁਰੋਹਿਤਾਂ ਅਤੇ ਸਭ ਲੋਕਾਂ ਨੂੰ ਜਿਨ੍ਹਾਂ ਨੂੰ ਤੂੰ ਆਪਣੇ ਆਪ ਬਣਾ ਲਿਆ ਹੈ, ਈਮਾਨ ਅਤੇ ਪਿਆਰ ਵਿੱਚ ਮਜ਼ਬੂਤ ਬਣਾਉਣ ਦੀ ਮਿਹਰਬਾਨੀ ਕਰ। ਕਿਰਪਾ ਕਰਕੇ ਇਸ ਪਰਿਵਾਰ ਦੀਆਂ ਪ੍ਰਾਰਥਨਾਵਾਂ ਨੂੰ ਕਬੂਲ ਕਰ ਜਿਸ ਨੂੰ ਤੂੰ ਆਪਣੇ ਸਾਹਮਣੇ ਸੱਦਣ ਦੀ ਮਿਹਰ ਕੀਤੀ ਹੈ। ਐ ਦਿਆਲੂ ਬਾਪ, ਸੰਸਾਰ ਭਰ ਵਿੱਚ ਖਿਲਰ ਹੋਏ ਆਪਣੇ ਸਾਰੇ ਬੱਚਿਆਂ ਨੂੰ ਆਪਣੇ ਕੋਲ ਇਕੱਠੇ ਕਰਨ ਦੀ ਕਿਰਪਾ ਕਰ। ਸਾਡੇ ਸਾਰੇ ਮੋਏ ਹੋਏ ਭੈਣ ਭਰਾਵਾਂ ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਤੈਨੂੰ ਖੁਸ਼ ਕਰਦੇ ਇਸ ਸੰਸਾਰ ਵਿੱਚੋਂ ਚਲਾਣਾ ਕਰ ਗਏ ਹਨ, ਮਿਹਰ ਨਾਲ ਆਪਣੇ ਰਾਜ ਵਿੱਚ ਦਾਖਲ ਕਰ। ਉੱਥੇ ਅਸੀਂ ਤੇਰੀ ਵੱਡੀ ਸ਼ਾਨ ਦੀ ਖੁਸ਼ੀ ਵਿੱਚ ਸਦਾ ਨਿਹਾਲ ਰਹਿਣ ਦੀ ਉਮੀਦ ਰੱਖਦੇ ਹਾਂ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਜਿਸ ਦੇ ਰਾਹੀਂ ਤੂੰ ਦੁਨੀਆ ਨੂੰ ਹਰ ਚੰਗੀ ਦਾਤ ਬਖਸ਼ਦਾ ਹੈ। ਉਸ ਦੇ ਰਾਹੀਂ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ ਐ ਖੁਦਾ ਪੂਰੀ ਕੁਦਰਤ ਵਾਲੇ ਬਾਪ, ਰੂਪਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕ। ਆਮੀਨ। ਆਓ ਹੁਣ ਸਾਰੇ ਰਲ ਕੇ ਉਹ ਪ੍ਰਾਰਥਨਾ ਕਰੀਏ ਜਿਹੜੀ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਈ ਹੈ। ਐ ਸਾਡੇ ਬਾਪ ਜਿਹੜਾ ਆਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਆਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਵੀ ਹੋਵੇ। ਸਾਡੇ ਰੋਜ਼ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਆਮੀਨ। ਐ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤਾ ਦੇ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ, ਕੁਦਰਤ ਤੇ ਜਲਾਲ ਯੁਗੋ ਯੁਗ ਤੇਰਾ ਹੀ ਹੈ। ਐ ਪ੍ਰਭੂ ਯਿਸੂ ਮਸੀਹ, ਤੂੰ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਸਾਡੇ ਗੁਨਾਹਾਂ ਨੂੰ ਨਹੀਂ, ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਆਓ ਅਸੀਂ ਆਪੋ ਵਿੱਚ ਸ਼ਾਂਤੀ ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਇਹ ਵੇਖੋ ਖੁਦਾ ਦਾ ਲੇਲਾ, ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ। ਧੰਨ ਉਹ ਹਨ ਜੋ ਇਸ ਲੇਲੇ ਦੇ ਭੋਜਨ ਲਈ ਸੱਦੇ ਗਏ। ਐ ਪ੍ਰਭੂ, ਮੈਂ ਇਸ ਯੋਗ ਨਹੀਂ ਹਾਂ ਕਿ ਤੂੰ ਮੇਰੀ ਛੱਤ ਤਲੇ ਆਵੇਂ, ਪਰ ਇੱਕ ਸ਼ਬਦ ਆਖ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। आओ यीशु मेरा सहारा बन जाओ, आओ यीशु मेरा सहारा बन जाओ। डोले मेरी कश्ती किनारा बन जाओ, आओ यीशु मेरा सहारा बन जाओ, आओ यीशु मेरा सहारा बन जाओ। तेरिया मुसीबतां ने दिल डावाडोल है, तेरिया मुसीबतां ने दिल डावाडोल है। जिंदगी दा सच्चा छुटकारा तेरे कोल है, तेरिया मुसीबतां ने दिल डावाडोल है। जिंदगी
ਪ੍ਰਭੂ ਕਹਿੰਦਾ ਹੈ, ਮੈਂ ਚੰਗਾ ਚਰਵਾਹਾ ਹਾਂ ਅਤੇ ਮੈਂ ਭੇਡਾਂ ਲਈ ਆਪਣੀ ਜਾਨ ਕੁਰਬਾਨ ਕਰਦਾ ਹਾਂ। ਅਸੀਂ ਪ੍ਰਾਰਥਨਾ ਕਰੀਏ। ਐ ਪ੍ਰਭੂ, ਆਪਣੇ ਬੇਟੇ ਦੇ ਬਦਨ ਅਤੇ ਲਹੂ ਨਾਲ ਤੂੰ ਸਾਨੂੰ ਨਵੀਨ ਕੀਤਾ ਹੈ। ਬਖਸ਼ ਦੇ ਕਿ ਇਹਨਾਂ ਪਾਕ ਭੇਦਾਂ ਵਿੱਚ ਹਿੱਸਾ ਲੈਣ ਨਾਲ ਸਾਨੂੰ ਨਜਾਤ ਦੀ ਸੰਪੂਰਨਤਾ ਹਾਸਲ ਹੋਵੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲਾ ਖੁਦਾ ਬਾਪ, ਬੇਟਾ ਅਤੇ ਰੂਹ ਪਾਕ ਤੁਹਾਨੂੰ ਆਸ਼ੀਰਵਾਦ ਦੇਵੇ। ਆਮੀਨ। ਕੁਰਬਾਨੀ ਅਰਪਣ ਕੀਤੀ ਗਈ ਪ੍ਰਭੂ ਦੀ ਸ਼ਾਂਤੀ ਵਿੱਚ ਚਾਹੀਏ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ। ਯਾਦ ਕਰ ਨਿਹਾਇਤ ਮਿਹਰਬਾਨ ਕੁਆਰੀ ਮਰੀਮ, ਭਈ ਇਹ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੇਥੋਂ ਖਾਲੀ ਗਿਆ ਹੋਵੇ। ਐ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨੱਸ ਕੇ ਆਉਂਦਾ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦਾ ਹਾਂ। ਐ ਦੇਹਧਾਰੀ ਹੋਏ ਕਲਾਮ ਦੀ ਮਾਂ, ਤੂੰ ਮੇਰੀਆਂ ਅਰਜ਼ਾਂ ਨੂੰ ਹਕੀਰ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣੀ ਅਤੇ ਕਬੂਲ ਕਰੀ। ਆਮੀਨ। ਸ਼ਾਂਤੀ ਦੀ ਰਾਣੀ ਮੁਬਾਰਕ ਮਾਂ ਮਰੀਮ, ਸਾਡੇ ਲਈ ਦੁਆ ਕਰ।